ਬੱਲਾ 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 ਬਈ ਹਾਤ ਸਤਿ ਸ੍ਰੀ ਅਕਾਲ ਨਮਸਤੇ ਆਦਾਬ ਗੁੱਡ ਈਵਨਿੰਗ ਮਾਰਨਿੰਗ ਆਫਟਰਨੂਨ ਜਿੱਥੇ ਜਿੱਥੇ ਵੀ ਜਿਹੜਾ ਟਾਈਮ ਹੋਇਆ ਇਸ ਵੇਲੇ ਤੇ ਨਾਲ ਓਲਾ ਬੋਜੋ ਤੇ ਪ੍ਰਿਵੈਟ। ਅੱਛਾ ਇਹ ਕੀ ਆਇਆ? ਪ੍ਰਿਵੈਟ ਰਸ਼ੀਅਨ ਚ ਕਹਿੰਦੇ ਜੀ ਹੈਲੋ ਹਾਓ ਔਰ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਨਿੱਘੀ ਜੀ ਆਇਆਂ ਅਦਬ ਸਤਿਕਾਰ ਨਾਲ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਕਿਹਾ ਵੀ ਇਦਾਂ ਕਰਿਆ ਕਰੀਏ ਵੀ ਹਰੇਕ ਹਫਤੇ ਇੱਕ ਨਵਾਂ ਸ਼ਬਦ ਜੋੜਿਆ ਕਰੀਏ। ਚਲੋ ਸਾਡੇ ਵੇਖਣ ਸੁਣਨ ਵਾਲਿਆਂ ਨੂੰ ਜਿੱਥੇ ਜਿੱਥੇ ਵੀ ਬੈਠੇ ਦੁਨੀਆ 'ਚ ਇਦਾਂ ਹੋ ਜਾਂਦਾ ਵੀ ਚਲੋ ਰਸ਼ੀਅਨ 'ਚ ਵੀ ਸਿੱਖ ਲਿਆ ਜੀ ਕਿੱਦਾਂ ਹੈਲੋ ਕਹਿਣੀ ਹੈ। ਰਸ਼ੀਅਨ ਨਾਲ ਤਾਂ ਆਪਣੇ ਲੋਕਾਂ ਦਾ ਕਾਫੀ ਪਿਆਰ ਆ। ਹਾਂ ਕਿਉਂਕਿ ਇੰਡੀਆ 'ਚ ਮੈਂ ਸੁਣਿਆ ਕਾਫੀ ਰਸ਼ੀਅਨ ਆ। ਹਾਂ ਉਹ ਪਿਆਰ ਜਿਹੜਾ ਥੋੜ੍ਹਾ ਜਿਹਾ ਵੱਖਰਾ ਆ ਉਹ ਜਿਹੜਾ ਗੋਆਲ ਪਿਆਰ ਬੰਬੇ ਉਹ ਵੱਖਰਾ ਪਿਆਰ। ਵੈਸੇ ਰਸ਼ੀਅਨ ਤੁਹਾਨੂੰ ਕੋਈ ਮਿਲੇ ਬੰਦਾ ਪਰਿਵਾਰ ਤਾਂ ਉਹਨੂੰ ਤੁਸੀਂ ਕਹੋ ਪ੍ਰਿਵੈਟ ਤੇ ਉਹਨ ਸਮਝ ਜਾਣਾ ਵੀ ਮੈਨੂੰ ਹੈਲੋ ਕਹਿ ਰਿਹਾ ਹੈ। ਉਹਨੇ ਸਮਝ ਜਾਣਾ ਬਠਿੰਡਾ ਟੂ ਬਰੈਂਪਟਨ ਦੇਖਦਾ। ਔਰ ਜੇ ਤੁਸੀਂ ਬਠਿੰਡਾ ਟੂ ਬਰੈਂਪਟਨ ਦੇਖਦੇ ਹੋ ਨਾ ਤੇ ਉਹਦੇ ਉੱਤੇ ਤੁਹਾਡੇ ਲਿਖਿਆ ਹੁੰਦਾ ਵੀ ਇਹਨੂੰ ਸਬਸਕ੍ਰਾਈਬ ਕਰੋ। ਉਹ ਵੇਖ ਲਓ ਬਠਿੰਡਾ ਟੂ ਬਰੈਂਪਟਨ ਇਹ ਚੈਨਲ ਸਬਸਕ੍ਰਾਈਬ ਕਰੋ ਤੇ ਫਿਰ ਜਦੋਂ ਅਸੀਂ ਅਪਲੋਡ ਕੀਤਾ ਨਵਾਂ ਪ੍ਰੋਗਰਾਮ ਤੇ ਨਾਲੇ ਤੁਹਾਡੀ ਟਿੰਗ ਘੰਟੀ ਵੱਜ ਜਾਣੀ ਹੈ। ਭਈ ਜਿੰਨੇ ਵੀ ਸਾਡੇ ਸਤਿਕਾਰਯੋਗ ਦਰਸ਼ਕ ਨੇ ਵੇਖਣ ਵਾਲੇ ਨੇ ਸਾਡੇ ਪਿਆਰ ਕਰਨ ਵਾਲੇ ਨੇ ਇਸ ਪ੍ਰੋਗਰਾਮ ਤੋਂ ਤੁਹਾਡੇ ਕਮੈਂਟਸ ਤੋਂ ਪਤਾ ਲੱਗਣ ਲੱਗ ਪਿਆ ਬਈ ਤੁਸੀਂ ਤਾਂ ਬਿਲਕੁਲ ਹੱਥਾਂ ਤੇ ਚੱਕ ਲਿਆ ਤੇ ਇਸ ਗੱਲ ਦਾ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ। ਤੇ ਸਾਡੇ ਇਸ ਪ੍ਰੋਗਰਾਮ ਨੂੰ ਸਬਸਕ੍ਰਾਈਬ ਕਰੋ ਆਪਣੇ ਭੈਣਾਂ ਭਰਾਵਾਂ ਰਿਸ਼ਤੇਦਾਰਾਂ ਮਿੱਤਰਾਂ ਦੋਸਤਾਂ ਸਾਰਿਆਂ ਨੂੰ ਫਾਰਵਰਡ ਕਰ ਦਿਆ ਕਰੋ। ਔਰ WhatsApp ਤੇ ਕਿੰਨੇ ਸਾਰੇ ਤੁਸੀਂ ਮੈਸੇਜ ਭੇਜਦੇ ਹੋ ਤੇ ਇਹ ਲਿੰਕ ਤੁਸੀਂ ਕਾਪੀ ਕਰਕੇ WhatsApp ਕਰ ਦਿਆ ਕਰੋ ਸਾਰੇ ਗਰੁੱਪਾਂ ਵਿੱਚ ਤੇ ਸਾਰਿਆਂ ਨੇ ਕਹਿਣਾ ਬੱਲੇ ਬੱਲੇ ਵੇ ਬੜਾ ਵਧੀਆ ਪ੍ਰੋਗਰਾਮ ਸੀ। ਬਿਲਕੁਲ ਜੀ ਬਿਲਕੁਲ ਕਿਉਂਕਿ ਆਪਾਂ ਗੱਲਾਂ ਕਰਨੀਆਂ ਸੱਚੀਆਂ। ਅਸੀਂ ਕਰੀਦਾ ਆ ਟੋਰਾਂਟੋ ਤੋਂ ਦਿਹਾਤੀ ਪ੍ਰੋਗਰਾਮ ਸਾਡਾ ਟੋਰਾਂਟੋ ਕੈਨੇਡਾ ਦਾ ਦਿਹਾਤੀ ਪ੍ਰੋਗਰਾਮ ਆ ਇਹ। ਇੱਕ ਬੰਦਾ ਕਹਿੰਦਾ ਨਾ ਬਈ ਵਿੱਚ ਇੰਡੀਆ ਦੀ ਬੇਇੱਜ਼ਤੀ ਹੁੰਦੀ ਆ। ਮੈਂ ਕਿਹਾ ਵੀ ਹੁਣ ਮੈਂ ਕੀ ਕਹਾਂ ਕਿ ਇੰਡੀਆ ਵਰਲਡ ਪਾਵਰ ਬਣ ਗਿਆ ਆ ਜਾਂ ਫਿਰ ਇੰਡੀਆ 'ਚ ਸਾਡੀਆਂ ਲੇਡੀਜ਼ ਜਿਹੜੀਆਂ ਨੇ ਬਾਹਰ ਅੰਦਰ ਸੌਖੀਆਂ ਜਾ ਸਕਦੀਆਂ ਨੇ ਜਾਂ ਫਿਰ ਉੱਥੇ ਸਾਡੇ ਜਿਹੜੇ ਪੜ੍ਹੇ ਲਿਖੇ ਨੂੰ ਜੋਬਾਂ ਮਿਲ ਗਈਆਂ ਨੇ ਜਾਂ ਫਿਰ ਉੱਥੇ ਫਿਊਲ ਪ੍ਰਾਈਸ ਘਟ ਗਈ ਆ ਪੈਟਰੋਲ ਸਸਤਾ ਹੋ ਗਿਆ ਜਾਂ ਫਿਰ ਉੱਥੋਂ ਜੇਲ੍ਹਾਂ 'ਚੋਂ ਆ ਕੇ ਮੰਤਰੀ ਬਣਨੇ ਹਟ ਗਏ ਨੇ। ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਇਹ ਵੀ ਦੁਨੀਆ 'ਚ ਪਤਾ ਨਹੀਂ ਹੋਰ ਕਿਤੇ ਵੀ ਏਦਾਂ ਹੁੰਦਾ ਕਿ ਨਹੀਂ ਹੁੰਦਾ ਵੀ ਜਿਨ੍ਹਾਂ ਤੇ ਕੇਸ ਚੱਲਦੇ ਆ ਜਿਨ੍ਹਾਂ ਨੂੰ ਸਜ਼ਾਵਾਂ ਵੀ ਹੋਈਆਂ ਆ ਕਈਆਂ ਨੂੰ ਉਹ ਵੀ MLA MP ਬਣ ਕੇ ਬੈਠੇ। ਇੱਧਰ ਬਿਹਾਰ ਛੱਤੀਸਗੜ੍ਹ UP ਵਾਲਾ ਤਾਂ ਆਵਾਈ ਉੱਤੇ ਆਇਆ। ਵੈਸੇ ਇੱਕ ਨਾ ਹੁਣ ਬਹੁਤ ਵੱਡਾ ਹੋ ਰਿਹਾ ਦੁਖਾਂਤ ਪੰਜਾਬ ਦੇ ਵਿੱਚ ਗੈਂਗਸਟਰਾਂ ਨੂੰ ਫੜ ਰਹੇ ਆ ਤੇ ਉਹਨਾਂ ਪੁੱਛਿਆ ਜੇ ਸਾਰੇ ਗੈਂਗਸਟਰ ਫੜ ਲੋਗੇ ਤੇ ਦੇਸ਼ ਨੂੰ ਕੌਣ ਚਲਾਊਗਾ ਕੱਲ ਨੂੰ? ਬਿਲਕੁਲ ਜੀ ਬਿਲਕੁਲ। ਤਾਂ ਗੱਲ ਇਹ ਆ ਤੇ ਹੁਣ ਲੋੜ ਆ ਨੌਜਵਾਨ ਨੂੰ ਉੱਠਣ ਦੀ। ਅੱਛਾ ਉਹ ਵੀ ਪੜ੍ਹੇ ਲਿਖੇ ਨੌਜਵਾਨ ਨੂੰ ਪੜ੍ਹੇ ਲਿਖੇ ਜਿਹੜੇ ਸੂਝਵਾਨ। ਮੈਨੂੰ ਪਤਾ ਕਈ ਨਾ ਬੰਦੇ ਹੈਗੇ ਇਸ ਕਾਬਲ ਪਰ ਉਹ ਕਹਿੰਦੇ ਵੀ ਅਸੀਂ ਕਿਉਂ ਇਸ ਕੰਜਰਖਾਨੇ 'ਚ ਪੈਣਾ। ਇਹਨੂੰ ਕੰਜਰਖਾਨਾ ਹੀ ਸਮਝਦੇ ਆ। ਪਰ ਗੱਲ ਇਹ ਨਾ ਜਿਹੜੇ ਇਹਦੇ ਵਿੱਚ ਪੈਣਾ ਚਾਹੁੰਦੇ ਵੀ ਆ ਲੋਕ ਉਹਨੂੰ ਵੋਟ ਨਹੀਂ ਪਾਉਂਦੇ। ਲੋਕ ਇਹ ਦੇਖਦੇ ਆ ਜੀ ਮੇਰੇ ਪਾਪਾ ਅਕਾਲੀਆਂ ਨੂੰ ਪਾਉਂਦਾ ਸੀ ਤੇ ਮੇਰੀ ਬੇਬੇ ਪਾਉਂਦੀ ਸੀ ਕਾਂਗਰਸ ਨੂੰ ਤੇ ਮੈਂ ਉਹਨੂੰ ਪਾਉਣੀ ਆ। ਬਈ ਬੰਦਾ ਠੀਕ ਆ ਪਾਪਾ ਤੇਰਾ ਰੋਟੀ ਖਾ ਭੁੱਖਾ ਮਰ ਗਿਆ ਹੁਣ ਤੂੰ ਵੀ ਮਰ ਫੇ। ਜੇ ਇਹੀ ਕੁਝ ਕਰਨਾ ਤਾਂ ਉਹ ਬਸ ਜਿੱਦਾਂ ਉਹ ਚਲੇ ਗਏ ਉਦਾਂ ਹੀ ਤੁਸੀਂ ਜਾਓ ਫੇ ਗਾਹਾਂ। ਕਿਉਂਕਿ ਫਿਰ ਜਦੋਂ ਪੜ੍ਹੇ ਲਿਖੇ ਲੋਕ ਨੇ ਜਾਂ ਜਿਹੜੇ ਨਵਾਂ ਗਰਮ ਖੂਨ ਹੈ ਉਹ ਕਈ ਵਾਰ ਗਲਤ ਰਾਹਾਂ ਤੇ ਤੁਰ ਪੈਂਦਾ। ਚਮਿਆਰੀ ਪਿੰਡ ਦੇ ਵਿੱਚ ਨਾ ਗੈਂਗਸਟਰ ਫੜਿਆ ਪ੍ਰੀਤ ਸੇਖੋਂ। ਅੱਛਾ ਤੇ ਉਹ ਉਹਦੇ ਕੋਲ ਕਹਿੰਦੇ ਬਹੁਤ ਵੱਡੀ ਮਾਤਰਾ ਦੇ ਵਿੱਚ ਅਸਲਾ ਸੀ। ਅੱਛਾ ਜਿਹੜੇ ਗੈਂਗਸਟਰ ਆ ਇਹ ਲੁਕ ਛਿਪ ਕੇ ਰਹਿੰਦੇ ਆ। ਇਹ ਇੰਨਾ ਅਸਲਾ ਕੌਣ ਪਹੁੰਚਾਉਂਦਾ ਇਹਨਾਂ ਨੂੰ? ਉਹੀ ਤਾਂ ਗੱਲ ਸੁਣਨ ਤੇ ਸਮਝਣ ਵਾਲੀ ਆ ਨਾ। ਅਸਲਾ ਇਹਨਾਂ ਦੇ ਖੇਤਾਂ 'ਚ ਤਾਂ ਉਗਦਾ ਨਹੀਂ ਜਾਂ ਇਹਨਾਂ ਨੂੰ ਕਿਸੇ ਪ੍ਰਾਪਰਟੀ ਪਿਛਲੇ ਬਜ਼ੁਰਗਾਂ ਦਾ ਨਹੀਂ ਆਏ ਆ। ਇਹ ਤਾਂ ਜਿਹੜੇ ਐਨ ਬੱਤੀਆਂ ਵਾਲੀਆਂ ਕਾਰਾਂ 'ਚ ਸੱਜ ਧੱਜ ਕੇ ਬਹਿੰਦੇ ਆ ਉਹਨਾਂ ਦੀ ਮਰਜ਼ੀ ਤੋਂ ਬਗੈਰ ਨਹੀਂ ਅਸਲੇ ਪਹੁੰਚਦੇ ਕਿਤੇ ਵੀ। ਦੁਨੀਆ ਰਾਮ ਸੱਚੀਆਂ ਕਹਿੰਦਾ ਆ ਚਾਹੇ ਕਿਸੇ ਨੂੰ ਬੁਰੀ ਲੱਗੇ ਤੇ ਚਾਹੇ ਲੱਗੇ ਚੰਗੀ। ਤਾਂ ਅਸੀਂ ਤਾਂ ਬਈ ਇਹਨਾਂ ਮੁਲਕਾਂ 'ਚ ਬੈਠੇ ਆ ਸਾਨੂੰ ਪਤਾ ਕਾਨੂੰਨ ਕਾਇਦੇ ਕਿੱਦਾਂ ਚੱਲਦੇ ਆ। ਤਾਂ ਇੱਥੇ ਕੈਨੇਡਾ 'ਚ ਜਾਂ ਤਾਂ ਕਿਸੇ ਦੇ ਘਰ ਇੱਕ ਅੱਧੀ ਬੰਦੂਕ ਵੀ ਹੋਵੇ ਬਗੈਰ ਲਾਇਸੈਂਸ ਤੋਂ ਜਾਂ ਬਿਨਾਂ ਕਿਸੇ ਦੇ ਪਤਾ ਸਤਾ ਤੋਂ। ਬਿਲਕੁਲ ਜੀ ਜਿੱਥੇ ਬੰਦੂਕਾਂ ਨੇ ਉੱਥੇ ਲੜਾਈ ਹੈ। ਪਿਛਲੇ ਹਫ਼ਤੇ ਦੇ ਵਿੱਚ ਨਾ US ਦੇ ਵਿੱਚ ਉੱਥੇ ਕੋਈ ਬੰਦੂਕਾਂ ਆਮ ਨੇ। ਤੁਸੀਂ ਆਮ ਚਲਾ ਸਕਦੇ ਹੋ ਲੈ ਸਕਦੇ ਹੋ ਰੱਖ ਸਕਦੇ ਹੋ। ਇੱਕ ਹਫ਼ਤੇ ਦੇ ਵਿੱਚ 1000 ਲੋਕ ਜ਼ਖਮੀ ਹੋਏ ਨੇ ਜਾਂ ਮਰੇ ਨੇ। ਬਿਲਕੁਲ ਜੀ US ਦੇ ਵਿੱਚ
ਜਿਹੜਾ ਕੰਮ ਲਈ ਬਣੀ ਆ ਉਹ ਨੁਕਸਾਨ ਕਰਨ ਲਈ ਬਣੀ ਆ, ਤਾਂ ਉਹ ਨੁਕਸਾਨ ਹੀ ਕਰਨਾ ਆ। ਔਰ ਜਿਹਨੇ ਜ਼ਿਆਦਾ ਨੁਕਸਾਨ ਕੀਤਾ ਆ ਉਹਨੂੰ ਲੋਕ ਪੁੱਛਦੇ ਨੇ, ਕਹਿੰਦੇ ਸਾਡਾ ਬੰਦਾ ਵਿਜੇ ਮਾਲੀਆ। ਕੀ ਬਾਤ ਹੈ। ਨੌਜਵਾਨ ਕਿੱਡਾ ਵਧੀਆ ਕੰਮ ਕਰਕੇ ਗਿਆ ਬਈ ਹੈ। ਉਹ ਨਾ ਮੇਰੇ ਹੱਥ ਆਵੇ ਤਾਂ ਮੈਂ ਕਹਿੰਦਾ ਇਹਦੇ ਭੇ ਕੇ ਛੱਤਰ ਮਾਰੇ ਸਿਰ 'ਚ ਲੱਗੇ। ਇਹ ਕਿਉਂਕਿ ਬੰਦਾ ਰੌਚਕ ਬੰਦਾ ਸੀ। ਜਦੋਂ ਕਦੇ 에ਅਰਲਾਈਨ ਚੱਲਦੀ ਸੀ ਨਾ, ਇਹਨੇ ਫੋਟੋ ਸ਼ੂਟ ਵੀ ਕਰਨਾ ਹੁੰਦਾ ਸੀਗਾ, ਤੇ ਆਪ ਦੀ ਫਲਾਈਟ ਦੇ ਵਿੱਚ ਬੀਬੀਆਂ ਨਾਲ ਲਿਜਾ ਕੇ ਫੋਟੋ ਸ਼ੂਟ ਵੀ ਲਦਾਖ ਜਾ ਕੇ ਕਰਦਾ ਸੀ। ਦੇਖੋ ਜੀ, ਜਿਹਦੇ ਕੀ ਕਹਿੰਦੇ ਹੁੰਦੇ, ਜਿਹਦੇ ਕੋਠੀ ਦਾਣੇ ਤੇ ਉਹਦੇ ਕਮਲੇ ਵੀ ਸਿਆਣੇ, ਤਾਂ ਲਦਾਖ, ਵਾਹ ਜੀ ਵਾਹ, ਕੀ ਬਾਤ ਹੈ। ਨਾਲੇ ਬੀਬੀਆਂ ਨਾਲ, ਕੀ ਬਾਤ ਹੈ ਜੀ, ਕੀ ਬਾਤ ਹੈ। ਉਹਦੇ ਕਿਹੜੇ ਪਿਓ ਦੇ ਪੈਸੇ ਸੀਗੇ। ਪਰ ਇੱਕ ਗੱਲ ਹੈ, SBI ਬਣੀ ਆਗੂ, ਉਹ ਕਹਿੰਦੇ ਵੀ ਸਾਨੂੰ ਪਤਾ ਹੈ 13 ਬੈਂਕਾਂ ਉਹਨਾਂ ਦੇ ਨਾਲ ਨੇ ਟੋਟਲ। ਤੇ ED ਜਿਹੜੀ ਸਾਡੀ ਨਾ ਬਹੁਤ ਜ਼ਿਆਦਾ ਸਮਾਰਟ ਲੋਕ ਨੇ, ਏਜੰਸੀ ਹੈ। ਕੋਈ ਕਈ ਲੋਕਾਂ ਨੇ ਗੁੱਸਾ ਕਰਨਾ ਵੀ ਤੁਸੀਂ ED ਨੂੰ ਇਹ ਕਿਹਾ ਆ ਬਈ, ED ਵਾਲੇ ਕਹਿੰਦੇ ਵੀ ਅਸੀਂ ਨਾ ਉਹਦੀ ਪ੍ਰਾਪਰਟੀ ਲੱਭ ਲਈ ਹੈ। ਵਾਹ, ਉਹ ਤਾਂ ਬਈ ਨੱਪੂਗੇ, ਬੜਾ ਬੁਰਾ ਕਰੂਗੇ ਉਹਦਾ ਹਾਲ। ਹੁਣ UK ਨੇ ਉਹਨੂੰ ਕਹਿ ਦਿੱਤਾ, UK ਦੀ ਕੋਰਟ ਨੇ, ਕਿ ਬਈ ਜਿਹੜਾ ਇਹ ਹੈਗਾ ਆਪਣਾ ਕੀ ਨਾਮ ਹੈ, ਵਿਜੇ ਮਾਲੀਆ, ਇਹ ਬੈਂਕਰਪਟ ਹੈ। ਅੱਛਾ, ਨਿਲਾਮੀ ਕਰਤੀ ਹੈ, ਕਹਿੰਦਾ ਇਹਦੇ ਕੋਲ ਕੁਝ ਨਹੀਂ ਹੈਗਾ। ਵਾਹ ਜੀ ਵਾਹ। ਔਰ ਜਿਹੜੀ SBI ਕਹਿੰਦੀ ਹੁਣ ਸਾਨੂੰ ਮੌਜਾਂ ਲੱਗ ਗਈਆਂ ਜੀ, ਸਾਰੀ ਪ੍ਰਾਪਰਟੀ ਲੈ ਸਕਦੇ। ਪ੍ਰਾਪਰਟੀ ਪਤਾ ਕਿੰਨੇ ਦੀ ਲੱਭੀ ਹੈ? 14 ਕਰੋੜ ਦੀ। ਤੇ ਲੈ ਕੇ ਕਿੰਨੇ ਗਿਆ? 9000 ਕਰੋੜ। ਵਾਹ ਜੀ ਵਾਹ, ਬੜੀ ਬਈ ਭਾਰਤ ਸਰਕਾਰ ਸਿਆਣੀ ਆ। ਇਹਦੀਆਂ ਏਜੰਸੀਆਂ ਬੜੀਆਂ ਸਿਆਣੀਆਂ ਆ। ਵਾਹ ਵਾਹ ਵਾਹ, ਕੀ ਬਾਤ ਹੈ, ਕੀ ਬਾਤ ਹੈ ਜੀ। ਦੱਸੋ ਫਿਰ ਮੁਲਕ ਕਿੱਧਰ ਨੂੰ ਜਾਊਗਾ, ਕਿੱਧਰ ਨੂੰ ਜਾਊਗਾ ਮੁਲਕ, ਕੀ ਕਰੂਗਾ? ਸਹੀ ਹੈ, ਪਰ 9000 ਕਰੋੜ ਲੈ ਕੇ ਤਾਂ ਬੰਦਾ ਇੰਗਲੈਂਡ ਹੀ ਜਾਊਗਾ। 9000 ਕਰੋੜ ਮੈਨੂੰ ਦੇ ਦਿਓ, ਮੇਰੀ ਪਿੰਡ ਵਾਲੀ ਕਰ ਲਓ ਜ਼ਬਤ ਪ੍ਰਾਪਰਟੀ। ਇੱਥੇ ਵੀ ਕਰ ਲਓ, ਨਾਲੇ ਇੱਥੇ ਵਾਲੀ ਵੀ ਕਰ ਲਓ। ਅਜੇ ਤੱਕ ਮੈਂ ਕਿਰਾਏ ਤੇ ਰਹਿਣਾ ਆ। ਪਰ ਗੱਲ ਇਹ ਆ ਬਈ ਲੋਕ ਜਿਹੜੇ ਨਾ ਆਪਣੇ ਵੱਲੋਂ ਰੌਲੀ ਪਾ ਰਹੇ ਨੇ, ਕੋਸ਼ਿਸ਼ ਕਰ ਰਹੇ ਨੇ ਵੀ ਕੁਛ ਬਣ ਜਾਏ। ਆਮ ਲੋਕ ਆ ਜਿਹੜੇ ਉਹ ਵਿਚਾਰੇ ਭੁੱਖ ਦੇ ਸਤਾਏ ਆ। ਬਿਲਕੁਲ ਜੀ, ਆਮ ਜਨਤਾ ਤਾਂ ਬਿਲਕੁਲ ਭੁੱਖੀ ਮਾਰ ਰਹੀ ਹੈ। ਹਾਂ, ਤੇ ਜਿਹੜੇ ਪੇਰੈਂਟਸ ਨੇ ਉਹ ਦੁੱਖ ਦੇ ਸਤਾਏ ਹੋਏ ਆ, ਕਿਉਂਕਿ ਉਹਨਾਂ ਬੱਚਿਆਂ ਨੂੰ ਪੜ੍ਹਾਇਆ ਲਿਖਾਇਆ, ਵੱਡੇ ਕੀਤਾ, ਵਿਆਹ ਦੇ ਕਾਬਲ ਬਣਾਇਆ, ਤੇ ਹੁਣ ਮੂਹਰੇ ਦਿਖਦਾ ਨਹੀਂ ਕੁਛ। ਕੀ ਕਰਨ, ਵਿਆਹ ਕਰਨ ਕਿ ਨਾ ਕਰਨ, ਕਿਹਦੇ ਨਾਲ ਕਰਨ, ਤੇ ਬੱਚੇ ਬਾਅਦ ਵਿੱਚ ਕੀ ਕਰਨ। ਬਿਲਕੁਲ। ਤੇ ਹੁਣ ਨਵਜੋਤ ਸਿੱਧੂ ਬਣ ਗਿਆ ਪ੍ਰਧਾਨ। ਬਿਲਕੁਲ। ਤੇ ਉਹ ਗਿਆ ਵੀ ਕੈਪਟਨ ਦੇ ਕੋਲ, ਫੂੰ ਫਾਂ ਫੂੰ ਤਾਂ ਬਹੁਤ ਹੀ ਕਰਦਾ ਹੈ। ਉਹਦੇ ਵਿੱਚ ਅੰਦਰ ਕੁਛ ਕੀੜਾ ਹੈ, 3-4 ਕੀੜੇ। ਉਹ ਕਹਿੰਦਾ ਉਹਦੇ ਨਾਲ ਉਹਦੇ ਬੰਦੇ ਡੈਨੀ, ਤੇ ਨਾਲ ਆਪਣੇ ਉਹਦੇ ਕੀ ਨਾ ਕੁਲਜੀਤ ਨਾਗਰਾ। ਬੀਬੀ ਨਹੀਂ ਗਈ ਭੱਠੜ? ਨਹੀਂ, ਉਹ ਨਹੀਂ ਗਈ। ਜਿਹੜੇ ਉਹਦੇ ਨਾਲ ਦੇ ਸਹਾਇਕ ਪ੍ਰਧਾਨ ਆ, ਤੇ ਇਹ ਵੱਡਾ ਪ੍ਰਧਾਨ ਆ। ਤੇ ਜਾ ਕੇ ਇੱਕ ਲੈਟਰ ਲਿਖ ਕੇ ਦਿੱਤਾ, ਉਹ 'ਚ 5 ਨੁਕਤੇ ਖਾਸ ਨੇ। ਵੈਸੇ 18 ਨੁਕਤਾ ਪ੍ਰੋਗਰਾਮ ਹੈ, ਅੱਛਾ, ਤੇ 5 ਖਾਸ ਹੈ। ਅੱਛਾ। ਤੇ ਉਹ ਕੈਪਟਨ ਕਹਿੰਦਾ ਉਹ ਮੈਂ ਸਾਰਾ ਕਰ ਦਿੱਤਾ, ਇਹ ਹੋ ਗਿਆ, ਇਹ ਹੋ ਗਿਆ। ਹਾਂ, ਇਹ ਗੱਲਾਂ ਛੱਡ ਪਰੇ, ਇਹ ਗੱਲਾਂ ਤੂੰ ਛੱਡ ਦੇ। ਤੇ ਪਰ ਇੱਕ ਨੁਕਤੇ ਤੇ ਜਿਹੜਾ ਨਾ, ਵੈਸੇ ਤਾਂ ਸਾਰੇ ਨੁਕਤੇ ਬਾਕੀ ਦੇ ਤੇ ਛੱਡੋ, ਪਰ ਇੱਕ ਨੁਕਤੇ ਜਿਹੜੀ ਗੱਲ ਕੀਤੀ ਹੈ ਵੀ ਜਿਹੜੀ STF ਦੀ ਰਿਪੋਰਟ ਸੀ ਆਈ, ਉਹਦੇ ਵਿੱਚ ਸੀਗਾ ਵੀ ਜਿਹੜੇ ਆਪਣੇ ਪੰਜਾਬ 'ਚ ਡਰੱਗ ਵਿਕਦੀ ਹੈ, ਨਸ਼ਾ ਵਿਕਦਾ, ਜਿਹੜਾ ਉਹਦਾ ਸਰਗਨਾ ਆ, ਜਿਹੜੀ ਵੱਡੀ ਮੱਛੀ ਹੈ ਇਸ ਤਲਾਬ ਦੀ, ਇੱਕੋ ਹੀ ਆ ਵੱਡੀ ਮੱਛੀ, ਲੰਬੀ ਮੱਛੀ ਹੈ, ਉਹ ਲੰਬੀ ਵੀ ਆ ਵੱਡੀ ਵੀ ਆ। ਅੱਛਾ, ਪਰ ਨਾ ਉਹ ਇਹਦੇ ਵਿੱਚ ਉਹ ਕਹਿੰਦਾ ਵੀ ਉਹਨੂੰ ਫੜੋ। ਗੱਲ ਤਾਂ ਸਿਆਣੀ ਕੀਤੀ, ਵੈਸੇ ਗੱਲ ਤੇ ਸਿਆਣੀ ਕੀਤੀ, ਪਰ ਜੇ STF ਦੀ ਰਿਪੋਰਟ ਦਾ ਇਹਨੂੰ ਪਤਾ ਹੈ ਫੜ ਹੋਣਾ ਚਾਹੇ ਨਹੀਂ ਫੜ ਹੋਣਾ, ਕਿ ਮੱਛੀ ਬੜੀ ਤਿਲਕਣੀ ਹੁੰਦੀ ਆ, ਹੱਥੋਂ ਨਿਕਲ ਜਾਂਦੀ ਆ, ਤੇ ਪਰ ਸਾਨੂੰ ਪਤਾ ਤਾਂ ਲੱਗ ਜਾਏ ਵੀ ਕੌਣ ਆ। ਇਹ ਤਾਂ ਗੱਲ ਸਿਆਣੀ ਹੈ। STF ਦੀ ਰਿਪੋਰਟ ਹੈ ਜਿਹੜੀ, ਤੇ ਉਹ ਸਾਡੇ ਤੋਂ ਛੁਪਾ ਕੇ ਕਿਉਂ ਰੱਖੀ ਹੈ ਪੰਜਾਬੀਆਂ ਤੋਂ? ਤੇ ਦੇਖੋ ਜੀ, ਇਹ ਕਾਕਾ ਸਿਆਣਾ ਆ ਸਿੱਧੂ, ਤੇ ਇਹ ਕੈਪਟਨ ਨੂੰ ਕਹਿੰਦਾ ਤੂੰ ਦੱਸ ਕੌਣ ਆ ਬੰਦਾ। ਆਹ ਦੇਖੋ, ਹਾਂ, ਕਹਿੰਦਾ ਮੈਂ ਨਹੀਂ ਦੱਸਣਾ, ਤੇ ਕੈਪਟਨ ਸਾਹਿਬ ਤੁਸੀਂ ਦੱਸੋ। ਮੈਨੂੰ ਇੱਕ ਗੱਲ ਸਮਝ ਨਹੀਂ ਆ ਰਹੀ, ਇਹ ਦੋਨੋਂ ਪੋਲੀਟੀਸ਼ੀਅਨ, ਕਾਕਾ ਫੋਟੋ ਜਰਾ ਇੱਥੇ ਹੀ ਰੱਖੀ 2 ਮਿੰਟ ਹਜੇ। ਵੀ ਇਹਨਾਂ ਮੁਲਕਾਂ ਵਿੱਚ ਖਾਸ ਕਰਕੇ ਇਹ ਐਲਾਨਿਆ ਗਿਆ ਹੈ ਕਿ ਜਿਹੜਾ ਗੁਲਾਬੀ ਰੰਗ ਹੋਇਆ ਨਾ, ਇਹ ਲੇਡੀਜ਼ ਤੇ ਸਜਦਾ ਹੈ, ਤੇ ਲੇਡੀਜ਼ ਦਾ ਹੈਗਾ ਇਹ। ਤੇ ਕੈਪਟਨ ਵੀ ਤਾਂ ਹੀ ਸਜਦਾ, ਕੈਪਟਨ ਵੀ ਲੇਡੀਜ਼ ਦਾ ਹੀ ਬੰਦਾ ਹੈ। ਤਾਂ ਇੱਧਰ ਸਿੱਧੂ ਨੂੰ ਵੀ ਪਤਾ ਨਹੀਂ ਕਿ ਨਾ, ਇਹਨੂੰ ਜ਼ਿਆਦਾ ਕੋਈ ਪੰਡਿਤ ਕਹਿ ਦਿੰਦੇ ਆ ਵੀ ਤੂੰ ਲਾਲ ਰੰਗ ਪਾ,
ਵੀ ਇਹਨਾਂ ਦੇ ਕੋਈ ਡਰੈਸ ਕੋਡ ਚਾਹੀਦਾ, ਇਹਨਾਂ ਦਾ ਕੋਈ ਬੰਦਾ ਚਾਹੀਦਾ, ਇਹਨਾਂ ਨੂੰ ਦੱਸੇ ਵੀ ਕਿੱਦਾਂ ਦੇ ਕੱਪੜੇ ਪਾਉਣੇ ਚਾਹੀਦੇ, ਕਿੱਦਾਂ ਦੀ ਪ੍ਰੈਜੈਂਟੇਸ਼ਨ ਅੱਛੀ ਲੱਗਦੀ। ਠੁਣੀਆ ਰਾਮ ਜੀ, ਇਹ ਮੰਗਲਵਾਰ ਦੀ ਫੋਟੋ ਹੈ ਤੇ ਮੰਗਲਵਾਰ ਨੂੰ ਲਾਲ ਜਾਂ ਗੁਲਾਬੀ ਰੰਗ ਹੀ ਪਾਇਆ ਜਾਂਦਾ। ਠੀਕ ਹੈ, ਐਸਟ੍ਰੋਲੋਜੀ ਕਹਿੰਦੀ ਹੈ। ਤੇ ਮੈਨੂੰ ਲੱਗਦਾ ਹੁਣ ਹਾਫ ਟਾਈਮ ਦਾ ਹੋ ਗਿਆ ਸਮਾਂ। ਅੱਛਾ, ਤੇ ਆਪਾਂ ਇਦਾਂ ਕਰੀਏ ਭਈ ਇੱਕ ਵਾਰ ਫੇਰ ਦੱਸ ਦਈਏ ਭਾਈ, ਇਹ ਪ੍ਰੋਗਰਾਮ ਨੂੰ ਨਾ ਤੁਸੀਂ ਵੱਧ ਤੋਂ ਵੱਧ ਸਬਸਕ੍ਰਾਈਬ ਕਰਾਓ। ਤੇ ਹੁਣ ਹੋ ਗਿਆ ਬ੍ਰੇਕ ਲੈਣ ਦਾ ਸਮਾਂ, ਤੇ ਅਸੀਂ ਏਦਾਂ ਗਏ ਤੇ ਏਦਾਂ ਆਏ। ਬੱਲਾ 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 ਬੜੀ। ਹੋਰ ਸੁਣਾ ਗਾਗਾ, ਕੀ ਹਾਲ ਆ? ਮੈਂ ਇਹ ਸੁਣਾਉਣਾ ਪਹਿਲਾਂ ਆਉਂਦਿਆਂ ਇੱਕ ਵਾਰੀ ਮੈਂ ਕਿਹਾ ਫਿਰ ਯਾਦ ਕਰਾ ਦਿਆਂ। ਅਗਰ ਤੁਸੀਂ ਵੇਖਣਾ ਸ਼ੁਰੂ ਕਰਤਾ, ਤੁਹਾਨੂੰ ਪ੍ਰੋਗਰਾਮ ਪਸੰਦ ਹੈ ਤੇ ਇਹਨੂੰ ਸਬਸਕ੍ਰਾਈਬ ਕਰੋ ਤੇ ਨਾਲ ਇਹਨੂੰ ਸ਼ੇਅਰ ਕਰੋ। ਬਿਲਕੁਲ, ਇਹਦੇ ਵਿਊ ਵਧਾਓ। ਕਿਉਂਕਿ ਠੁਣੀਆ ਰਾਮ ਜੀ, ਤੁਸੀਂ ਇੱਕ ਦਿਨ ਕਹਿੰਦੇ ਜਿਵੇਂ 1 ਲੱਖ ਤੋਂ ਉੱਪਰ ਆਪਣੇ ਹੋ ਗਏ ਸਬਸਕ੍ਰਾਈਬਰ, ਤੇ ਉਸ ਦਿਨ ਫਿਰ ਤੁਸੀਂ ਉਹ ਇੱਕ ਜਿਹੜੀ ਗੱਲ ਤੁਸੀਂ ਲੁਕੋਈ ਹੋਈ ਉਹ ਵੀ ਦੱਸਣੀ ਹੈ। ਆਪਾਂ ਬੀਬੀ ਹਾਇਰ ਕਰ ਲੈਣੀ ਆ ਗੋਰੀ। ਅੱਛਾ, ਨਾਲ ਇੱਥੇ ਆਪਾਂ ਬਿਠਾ ਲੈਣੀ ਆ। ਅੱਛਾ, ਫੇਰ ਵੇਖਿਓ ਅੰਗਰੇਜ਼ੀ ਚ ਵੀ ਤੁਹਾਨੂੰ ਗੱਲਾਂ ਸੁਣਾਵਾਂਗੇ ਤੇ ਪੰਜਾਬੀ ਚ ਵੀ, ਤੇ ਫਿਰ ਹੋ ਸਕਦਾ ਹੌਲੀ ਹੌਲੀ ਹਿੰਦੀ ਉਰਦੂ ਚ ਵੀ ਸ਼ੁਰੂ ਕਰ ਦੇਣੀ। ਜੇ ਅਸੀਂ ਅੰਗਰੇਜ਼ੀ ਬੋਲਣ ਲੱਗ ਪਏ, ਆਪਾਂ ਬੀਬੀ ਆ ਗਈ ਗੋਰੀ, ਤੇ ਫਿਰ ਸਾਰਿਆਂ ਨੂੰ ਆਈਲੈਟਸ ਵੀ ਪਾਸ ਕਰਨੇ ਸੌਖੇ ਹੋ ਜਾਣੇ। ਵੇਖੋ ਨਾ ਜੀ, ਅਸੀਂ ਨਾਲ ਦੀ ਨਾਲ ਤਰਜਮਾ ਕਰੀ ਜਾਣਾ ਹੈ। ਆਪਾਂ ਕਾਹਦੇ ਲਈ ਬੈਠੇ ਆ? ਹਮ ਅੰਗਰੇਜ਼ੋਂ ਕੇ ਜ਼ਮਾਨੇ ਕੇ ਹੈ ਨਾ। ਅੰਗਰੇਜ਼ਾਂ ਦੇ ਜ਼ਮਾਨੇ 'ਚ ਹੁਕਮ ਹੁੰਦਾ ਸੀਗਾ ਵੀ ਭਾਵੇਂ ਅੰਗਰੇਜ਼ੀ ਤੁਹਾਨੂੰ ਆਉਂਦੀ ਆ ਭਾਵੇਂ ਨਹੀਂ ਆਉਂਦੀ, ਤੁਸੀਂ ਨਾ ਗੱਲ ਅੰਗਰੇਜ਼ੀ 'ਚ ਹੀ ਕਰਨੀ। ਜਿਹੜੇ ਸਰਕਾਰੀ ਮਹਿਕਮੇ 'ਚ ਹੁੰਦੇ ਸੀ ਬੰਦੇ, ਅੱਛਾ, ਤੋ ਨੇਰੀ ਨੂਰੀ ਆਈ ਬਹੁਤ ਰੇਲਵੇ ਸਟੇਸ਼ਨ ਤੇ। ਅੱਛਾ, ਤੇ ਉੱਥੇ ਸਟੇਸ਼ਨ ਮਾਸਟਰ ਸੀਗਾ, ਉਹਨੂੰ ਰਿਪੋਰਟ ਭਰਨੀ ਪਈ। ਅੱਛਾ, ਹੈ, ਉਹ ਕਹਿੰਦਾ ਉਹਨੇ ਰਿਪੋਰਟ ਭਰੀ ਸਾਹਿਬ ਨੂੰ, ਕਹਿੰਦਾ ਆਂधी ਆਈਂਗ, ਆਂधी आएंग, बत्तियां बुझेंग, if any हर्जा मर्जा होएगा, I am not ਜ਼ਿੰਮੇਵਾਰ ਕਹਿੰਦਾ। ਸੋ ਏਦਾਂ ਦੀ ਅੰਗਰੇਜ਼ੀ ਤਾਂ ਆਉਂਦੀ ਆ ਸਾਰਿਆਂ ਨੂੰ। ਅੰਗਰੇਜ਼ੀ ਆਉਣੀ ਜ਼ਰੂਰੀ ਹੈ। ਔਰ ਕੈਨੇਡਾ ਦੇ ਵਿੱਚ 2 ਭਾਸ਼ੀ ਹੋਣਾ ਜ਼ਰੂਰੀ ਹੈ ਜੇ ਕੋਈ ਵੱਡੀ ਜੋਬ ਲੈਣੀ ਹੈ। ਤੇ ਪਹਿਲੀ ਵਾਰ ਹੈ ਇਕੱਲੀ ਅੰਗਰੇਜ਼ੀ ਜਾਂ ਫਿਰ ਜਿਹੜੀ ਆਪਣੇ ਇੱਥੋਂ ਦੀ ਨੇਟਿਵ ਲੋਕਾਂ ਦੀ ਲੈਂਗੁਏਜ ਆਉਂਦੀ ਹੈ। ਸਾਡੀ ਜਿਹੜੀ ਨਵੀਂ ਬਣੀ ਆ, ਸਾਡੀ ਰਾਈਟ ਓਨਰੇਬਲ ਗਵਰਨਰ ਜਨਰਲ, ਹਾਂਜੀ, ਮੈਰੀ ਸਿਮਨ ਪਹਿਲੀ ਵਾਰ ਬਣਿਆ ਜੀ। ਇਹ ਆਪਣੇ ਜਿਹੜੀ ਨੇਟਿਵ ਇੰਡੀਅਨ, ਅਸਲੀ ਇੰਡੀਅਨ ਜਿਹੜੇ ਇੱਥੇ ਹਜ਼ਾਰਾਂ ਸਾਲਾਂ ਤੋਂ ਰਹਿ ਰਹੇ ਨੇ, ਜਿਨ੍ਹਾਂ ਤੋਂ ਆ ਕੇ ਗੋਰਿਆਂ ਨੇ ਇਹ ਦੇਸ਼ ਖੋਇਆ, ਅੱਜ ਪਹਿਲੀ ਵਾਰ ਹੋਇਆ ਇਦਾਂ ਹਿਸਟਰੀ 'ਚ ਕਿ ਉਹਨਾਂ ਦੀ ਨੇਟਿਵ ਗਵਰਨਰ ਜਨਰਲ ਬਣਾਈ ਆ ਟਰੂਡੋ ਨੇ। ਕਾਕਾ ਟਰੂਡੋ ਵੈਸੇ ਕਈ ਵਾਰ ਕੰਮ ਬੜੇ ਵਧੀਆ ਕਰ ਜਾਂਦਾ, ਦਿਲ ਦਾ ਸਾਫ਼ ਹੋਆ ਵੈਸੇ। ਪਤਾ ਨਹੀਂ ਸਾਫ਼ ਹੈ ਕੀ ਆ, ਪਰ ਜਿਹੜੀ ਪਹਿਲੋਂ ਗਵਰਨਰ ਬਣਾਈ ਸੀ, ਜੋ ਉਹਨੇ ਹਾਲਾਤ ਕੀਤੇ ਟਰੂਡੋ ਦੀ ਪਿਕ ਉਹ ਸੀ। ਇਹਨੂੰ ਜਿਹੜੀ ਇੱਕ ਟੀਮ ਬਣਾਈ ਹੋਈ ਆ ਉਹਨੇ ਪਿਕ ਕੀਤਾ। ਚਲੋ, ਔਰ ਜਿਹੜਾ ਇਹਦਾ ਪਿਓ ਸੀ ਉਹ ਗੋਰਾ ਸੀ। ਅੱਛਾ, ਉਹ ਕੰਮ ਕਰਦਾ ਸੀ ਹਡਸਨ ਬੇ ਕੰਪਨੀ, ਸਭ ਤੋਂ ਪੁਰਾਣੀ ਕੰਪਨੀ ਹੈ ਬਿਲਕੁਲ ਕੈਨੇਡਾ ਦੀ। ਉਹਦੇ ਲਈ ਕੰਮ ਕਰਦਾ ਸੀ। ਉਹਨੇ ਇੱਕ ਨੇਟਿਵ ਲੜਕੀ ਨਾਲ ਉਹਦਾ ਪਿਆਰ ਹੋ ਗਿਆ। ਅੱਛਾ, ਇਹਦੀ ਮਾਂ ਦੇ ਨਾਲ। ਵਾਹ ਜੀ ਵਾਹ। ਤੇ ਉਹਨੂੰ ਹਡਸਨ ਬੇ ਨੇ ਫਾਇਰ ਕਰਤਾ ਸੀਗਾ ਵੀ ਤੂੰ ਨੇਟਿਵ ਨੂੰ ਪਿਆਰ ਕਰਦਾ, ਤੂੰ ਸਾਡੇ ਕੰਮ ਦਾ ਨਹੀਂ ਰਿਹਾ। ਦੇਖੋ ਜੀ, ਆਪਣੇ ਬਾਲੀਵੁੱਡ ਲਈ ਕਿੰਨੀ ਸੋਹਣੀ ਸਟੋਰੀ ਹੈ, ਗੀਤਾਂ ਦੇ ਨਾਲ ਸਜੀ ਹੋਈ। ਔਰ ਇਹ ਪਹਿਲੀ ਹੈ, ਵੈਸੇ 30ਵਾਂ ਨੰਬਰ ਹੈ ਇਹਦਾ, ਪਰ ਜਿਹਨੂੰ ਫ੍ਰੈਂਚ ਨਹੀਂ ਆਉਂਦੀ। ਅੱਛਾ, ਪਰ ਉਹ ਕਹਿੰਦੀ ਮੈਂ ਸਿੱਖ ਲੂੰਗੀ। ਫ੍ਰੈਂਚ ਦਾ ਕੀ ਆ, ਜਦ ਠੁਣੀਆ ਰਾਮ ਨੇ ਸਿੱਖ ਲਈ ਮਾੜੀ ਜਿਹੀ ਫ੍ਰੈਂਚ, ਬੋਜੋ ਵਗੈਰਾ ਸਿੱਖ ਲਿਆ ਤਾਂ ਆਪਾਂ ਬਾਕੀ ਵੀ ਸਿੱਖ ਲੈਣਾ। ਬਾਕੀ ਸਿੱਖ ਲੈ, ਬਸ ਸ਼ੁਰੂਆਤ ਹੈ। ਅੱਧੇ ਜਿਹੜੇ ਸ਼ਬਦ ਆ ਆਪਾਂ ਵਰਤੀ ਦੇ, ਜਿੱਦਾਂ ਐਗਜ਼ਿਟ ਹੋਇਆ। ਅੱਛਾ, ਅੱਛਾ, ਤੇ ਐਦਾਂ ਦੇ ਕਿੰਨੇ ਸ਼ਬਦ ਆ ਉਹ ਫ੍ਰੈਂਚ ਦੇ ਅਸੀਂ ਉੱਦਾਂ ਹੀ ਯੂਜ਼ ਕਰਦੇ ਰਹੀਦੇ ਹਰੇਕ ਰੋਜ਼। ਤੇ ਕਈ ਸ਼ਬਦ ਜਿਹੜੇ ਹੈਗੇ ਨੇ ਨਾ ਬੰਦਿਆਂ ਨਾਲ ਜੁੜ ਜਾਂਦੇ ਆ। ਹੁਣ ਬੰਦਾ ਭਾਵੇਂ ਚੰਗਾ ਕੰਮ ਵੀ ਕਰੀ ਜਾਵੇ, ਤੁਸੀਂ ਕੀ ਕਹਿੰਦੇ ਸੀ ਉਹ ਜਿਹੜਾ ਆਪਣਾ ਸਨੀ ਹੈ, ਸਨੀ ਲਿਓਨਾ, ਉਹ ਬੰਦਾ ਥੋੜੀ ਜਨਾਨੀ ਆ ਉਹ। ਅੱਛਾ, ਦੇਖੋ ਜੀ, ਮੈਨੂੰ ਸਮਝ ਨਹੀਂ ਆਉਂਦੀ ਇੰਡੀਆ ਦੀ ਜਿਹੜੀ ਹੈਗੀ ਆ ਇਹਦਾ ਸਿਸਟਮ ਆ, ਨਿਆਇਆਲਿਆ ਸਿਸਟਮ, ਜੁਡੀਸ਼ਰੀ ਜੋ ਵੀ ਕਹਿ ਲਓ। ਤਾਂ ਜਿਹੜੀ ਹੈਗੀ ਸਨੀ ਲਿਓਨ, ਉਹ ਤਾਂ ਹੈਗੀ ਆ ਸਟਾਰ ਹੈ ਇੱਦਾਂ ਦੀਆਂ ਗੰਦੀਆਂ ਮੰਦੀਆਂ ਫਿਲਮਾਂ ਦੀ। ਅੱਛਾ,
ਉਹਨੂੰ ਸੱਦ ਕੇ ਰੀਬਨ ਕਟਾਉਂਦੇ ਆ। ਹਾਂ, ਉਹ ਤੋਂ ਸੱਦ ਕੇ ਓਪਨਿੰਗ ਸੈਰਾਮਨੀ ਕਰਾਉਂਦੇ, ਵੱਡੇ ਵੱਡੇ ਸਨਅਤਕਾਰ ਆਪਣੀਆਂ ਫੈਕਟਰੀਆਂ ਦੀਆਂ, ਆਪਣੀਆਂ ਬਿਜ਼ਨਸਾਂ ਦੀਆਂ। ਆ ਜਿੰਨੇ ਸ਼ੋਅ ਅਵਾਰਡ ਸ਼ੋਅ ਹੁੰਦੇ ਉੱਥੇ ਮੋਹਰ ਦੀ ਲੈ 'ਚ ਉਹ ਬੈਠੀ ਹੁੰਦੀ ਆ, ਤਾੜੀਆਂ ਵੱਜਦੀਆਂ, ਸ਼ੋਆਂ 'ਚ ਉਹ ਜਾਂਦੀ ਆ। ਤਾਂ ਉਹ ਜਿਹੜਾ ਰਾਜ ਕੁੰਦਰੇ ਵਰਗਾ ਬੰਦਾ ਉਹ ਕ੍ਰਿਮੀਨਲ ਹੋ ਗਿਆ। ਪਰ ਇਹ ਸਮਝ ਨਹੀਂ ਆਈ, ਮੇਰੇ ਦਿਮਾਗ 'ਚ ਨਹੀਂ ਗੱਲ ਬੜੀ ਇਹ। ਉਹ ਕਹਿੰਦੇ ਆ ਵੀ ਖੁਦ ਕਰੋ, ਅੱਛਾ, ਪਰ ਕਿਸੇ ਤੋਂ ਕਰਵਾਉਣਾ ਮਾੜਾ ਹੈ। ਚਲੋ ਮਹਾਰਾਜ ਸਾਰਿਆਂ ਦੇ ਮਨ ਨੂੰ ਸਮੱਤਿਆ ਬਖਸ਼ੇ, ਨਾ ਬੰਦੇ ਬਣਾਉਣ ਇਹ ਫਿਲਮਾਂ ਤੇ ਨਾ ਕੰਮ ਕਰਨ ਵਾਲੇ ਕੰਮ ਕਰਨ। ਭਾਈ ਹੋਰ ਬਥੇਰੇ ਕੰਮ ਆ ਦੁਨੀਆ 'ਚ, ਇੱਥੇ ਆਏ ਆ ਤਾਂ ਮਾੜਾ ਮੋਟਾ ਕੋਈ ਵਧੀਆ ਨਾ ਕਰ ਜਾਓ ਆਪਣਾ। ਔਰ ਓਲੰਪਿਕ ਚੱਲ ਰਹੀ ਹੈ ਜਾਪਾਨ ਦੇ ਵਿੱਚ, ਔਰ ਉੱਥੇ ਇੱਕ ਆਪਣੀ ਇੰਡੀਅਨ ਕੁੜੀ ਨੇ ਸਿਲਵਰ ਮੈਡਲ ਜਿੱਤਿਆ। ਵਾਹ ਜੀ ਵਾਹ, ਆਹ ਦੇਖ ਲਓ। ਬੱਲੇ ਬੱਲੇ ਬੱਲੇ। ਦੇਖੋ ਬਈ ਉਹਦਾ 150 ਕਰੋੜ ਵਾ ਆਬਾਦੀ ਆਪਣੇ ਇੰਡੀਆ ਦੀ, ਤਾਂ ਇੱਕੋ ਹੀ ਮੈਡਲ ਹਜੇ ਜਿੱਤਿਆ, ਉਹ ਵੀ ਸਿਲਵਰ। ਔਰ ਪਰ 58 ਕਿਲੋ ਇਹਦਾ ਆਪਦਾ weight ਹੈ। weight ਲਿਫਟਿੰਗ ਦੇ ਵਿੱਚ ਕੁੜੀ ਨੇ ਮੱਲਾਂ ਮਾਰੀਆਂ ਨੇ, ਅਸੀਂ ਇਹਨੂੰ ਵਧਾਈ ਦਿੰਦੇ ਆ। ਬਿਲਕੁਲ ਜੀ ਬਿਲਕੁਲ। ਔਰ ਜਿਹੜੇ ਨਾ ਮੈਡਲ ਜਿੱਤਣੇ ਨੇ ਇਹ ਬੜੇ ਔਖੇ ਨੇ, ਓਲੰਪਿਕ ਵਿੱਚ ਜਾਣਾ ਹੀ ਬਹੁਤ ਔਖਾ ਹੈ। ਬਿਲਕੁਲ ਜੀ। ਆ ਜਿਹੜੇ ਨਾ ਜੀਪਾਂ ਤੇ ਬਹਿ ਕੇ ਤੇ ਬੋਤਲਾਂ ਤੇ ਬੰਦੂਕਾਂ ਪੀ ਕੇ ਤੇ ਬੰਦੂਕਾਂ ਮੋਢਿਆਂ ਤੇ ਰੱਖ ਕੇ ਗਾਣੇ ਵਜਾਉਂਦੇ ਆ ਤੇ ਨਿਆਣਿਆਂ ਯੰਗ ਨੂੰ ਆਪਣੀ ਮਗਰ ਲਾਉਂਦੇ ਆ। ਜੇ ਇਹੀ ਨਿਆਣੇ ਕਿਤੇ ਜਾ ਕੇ ਜਿੰਮ 'ਚ ਡੱਡ ਬੈਠ ਕੇ ਮਾਰਨ, ਕੋਈ ਆਪਣੀਆਂ ਕਰਨ ਕੁਸ਼ਤੀਆਂ ਕਰਨ, ਕੋਈ ਗੇਮਾਂ ਖੇਡਣ, ਤਾਂ ਇੰਡੀਆ ਨੂੰ ਕੀ ਔਖਾ ਮੈਡਲ ਲੈਣਾ ਹੈ। 150 ਕਰੋੜ, ਉਹ 150 ਕਰੋੜ 'ਚੋਂ 4-10 ਮੈਡਲ ਨਹੀਂ ਲਿਆ ਸਕਦੇ ਤੁਸੀਂ? ਹੱਦ ਹੋ ਗਈ। ਹਜੇ ਕੈਨੇਡਾ ਦੀ ਆਬਾਦੀ 3 ਕੇ 4 ਕਿੰਨੀ ਹੈ? 4 ਕਰੋੜ ਆ ਮਸੀਂ। ਇੰਨੇ ਤਾਂ ਇੰਡੀਆ ਜੇਲ੍ਹਾਂ 'ਚ ਹੀ ਬੈਠੇ ਹੋਣੇ ਆ। ਅਸੀਂ ਕੈਨੇਡਾ ਵਾਲੇ ਫੇਰ ਵੀ ਮੈਡਲ ਲਈ ਆਉਂਦੇ ਆ, ਫਿਰ ਵੀ 8ਵੇਂ ਨੰਬਰ ਤੇ ਆ ਦੁਨੀਆ 'ਚ। ਔਰ ਦੇਖੋ ਜੀ, ਜਿੱਤਣ ਲਈ ਤਾਂ ਬੰਦਾ ਇੱਕ ਚਾਹੀਦਾ, ਪਰ 150 ਕਰੋੜ ਦੀ ਜਾਂ 200 ਕਰੋੜ ਦੀ ਆਬਾਦੀ ਹੋ ਜਾਵੇ, ਉਹਨਾਂ ਨੂੰ ਫੈਸਿਲਿਟੀ ਦੇਣੀ ਵੀ ਤੇ ਸਰਕਾਰ ਦਾ ਕੰਮ ਹੈ। ਜੇ ਬੰਦਾ ਸਰਕਾਰ ਦੀ ਗੱਲ ਨਾ ਕਰਿਆ ਕਰ ਤੂੰ, ਮੈਨੂੰ ਪਾਰਾ ਚੜ ਜਾਂਦਾ। ਸਰਕਾਰ ਦੇ ਤਾਂ ਬਹੁਤ ਕੰਮ ਆ, ਕੋਈ ਕਰੇ ਤਾਂ ਕੰਮ ਹੋਵੇ ਪੂਰਾ। ਪਰ ਦੂਜੀ ਗੱਲ ਇਹ ਹੈ ਠੁਣੀਆ ਰਾਮ ਜੀ, ਜਿੰਨੀ ਉਹ ਪ੍ਰਦਰਸ਼ਨੀ ਕਰਦੇ ਆ ਤੇ ਉਹਨੂੰ 10 ਨਾਲ ਗੁਣਾ ਕਰ ਲਓ ਤੇ ਸਾਰੇ 골ਡ ਮੈਡਲ ਇੰਡੀਆ ਦੇ ਹੋ ਗਏ। ਹੁਣ ਜੇ ਉਹ ਤੋਂ 10 ਲੀਟਰ ਦੁੱਧ ਆਉਂਦਾ ਤਾਂ ਅੱਧਾ ਲੀਟਰ ਮਿਲਦਾ ਪਲੇਅਰ ਨੂੰ। ਜਿਹੜੇ ਉੱਪਰ ਬੈਠੇ ਆ ਲੀਡਰ, ਉਹਨਾਂ ਦੇ ਘਰ ਪਹੁੰਚ ਜਾਂਦਾ ਬਾਕੀ ਦਾ। ਤੇ ਉਹਨਾਂ ਨੂੰ ਦੜਾ ਲਓ ਵਿੱਚ। ਉਹਨਾਂ ਨੂੰ ਦੜਾਉਣਾ ਚਾਹੀਦਾ। ਤੇ ਇਹ ਹਾਕੀ ਨੂੰ ਕਹਿੰਦੇ ਸਾਡੀ ਨੈਸ਼ਨਲ ਗੇਮ ਹੀ ਨਹੀਂ। ਹਾਲਾਂਕਿ ਮੈਂ ਹੁਣ ਨੋਟ ਕੀਤਾ ਕਿ ਹਾਕੀ ਵਧੀਆ ਕਰੀ ਜਾਂਦੀ ਹੈ, ਕਈ ਦੇਸ਼ਾਂ ਨੂੰ ਜਿੱਤ ਗਏ ਆਲਰੇਡੀ ਉਹ। ਔਰ ਜਿਹੜੇ ਲੋਕ ਨਾ ਜਿੱਤਦੇ ਆ, ਪਰ ਉੱਥੇ ਲੋਕ ਕਹਿੰਦੇ ਪੈਸੇ ਨਾਲ। ਆਮ ਜਨਤਾ ਭੁੱਖੀ ਮਰ ਰਹੀ ਹੈ। ਤੇ ਆਹ ਦੇਖ ਲਓ ਰਾਣਾ ਗੁਰਮੀਤ ਸੋਢੀ, ਵਾਹ ਜੀ ਵਾਹ, ਜਿਹੜਾ ਆਪਣਾ ਮੰਤਰੀ ਹੈ ਸਪੋਰਟਸ ਦਾ, ਆਹ ਦੇਖ ਲਓ ਆ ਗਿਆ ਹੱਸਦਾ, ਕਹਿੰਦਾ ਓਲੰਪਿਕ ਚੱਲ ਰਹੀ ਹੈ। ਅੱਛਾ। ਤੇ ਇਹਨੇ ਆਪਦੀ ਜ਼ਮੀਨ 2 ਵਾਰੀ ਵੇਚਤੀ, ਉਹ ਵੀ ਸਰਕਾਰ ਨੂੰ। ਇਹ ਤਾਂ ਫਿਰ ਆਪੇ ਹੀ ਸਪੋਰਟਸ ਮੰਤਰੀ ਚਾਹੀਦਾ, ਐਡਾ ਤਕੜਾ ਖਿਲਾੜੀ ਆ ਇਹ। ਖਿਲਾੜੀਆਂ ਦਾ ਖਿਲਾੜੀ। ਅੱਛਾ, ਆਪਣੀ ਜ਼ਮੀਨ 2 ਵਾਰ ਵੇਚ ਗਿਆ, 2 ਵਾਰੀ ਪੈਸੇ ਲੈ ਲੈ। ਬੱਲਾ ਸ਼ੇਰਾ ਤੇਰੇ। ਔਰ ਉਹ ਵੀ 2014 ਦੇ ਵਿੱਚ, ਜਦੋਂ ਕਾਲੀਆਂ ਦੀ ਤੇ ਬੀਜੇਪੀ ਦੀ ਸਾਂਝੀ ਸਰਕਾਰ ਸੀ। ਠੀਕ ਆ ਬਈ। ਔਰ ਹੁਣ ਸਰਕਾਰ ਨੂੰ ਪੁੱਛਿਆ, ਹੁਣ ਜਿਹੜਾ ਆਪਣਾ ਸਾਬਕਾ ਪ੍ਰਧਾਨ ਹੈ ਜਾਖੜ, ਉਹ ਕਹਿੰਦਾ ਜੀ ਉਹ ਪੈਸੇ ਮੋੜਨੇ ਚਾਹੀਦੇ, ਚਿੱਠੀ ਲਿਖੀ ਆ। ਮੈਂ ਕਿਹਾ ਜਦੋਂ ਪ੍ਰਧਾਨ ਸੀ ਉਦੋਂ ਵੀ ਤੇ ਬੋਲਣਾ ਸੀ ਭਾਈ, ਉਦੋਂ ਵੀ ਬੋਲਣਾ ਚਾਹੀਦਾ ਸੀ। ਉਦੋਂ ਪੰਡਿਤ ਜੀ ਬੈਠੇ ਰਹੇ। ਤਾਂ ਨਾਲੇ ਹੁਣ ਸਰਕਾਰ, ਨਾਲੇ ਇਹ ਸਪੋਰਟਸ ਮੰਤਰੀ ਘੱਟੋ ਘੱਟ ਇਹਨੂੰ ਆਪਣੇ ਅਹੁਦੇ ਤੋਂ ਹੀ ਲਾ ਦਿਓ, ਹੋਰ ਨਹੀਂ ਤਾਂ ਕੁਛ। ਪਰ ਸਰਕਾਰ ਕਹਿੰਦੀ ਅਸੀਂ ਇਹਦੇ ਖਿਲਾਫ ਨਾ ਸੁਪਰੀਮ ਕੋਰਟ ਜਾ ਰਹੇ ਆ, ਪੰਜਾਬ ਸਰਕਾਰ ਕਹਿੰਦੀ ਆ। ਫਿਰ ਚੱਲਣ ਦਿਓ ਕੇਸ ਨੂੰ 15-20 ਸਾਲ। ਛੱਤ ਹੀ ਭੁੱਲ ਭੱਜ ਜਾਣਾ ਸਾਰਿਆਂ ਨੇ। ਵੈਸੇ ਇਹ ਬੰਦਾ ਨਾ ਸਭ ਤੋਂ ਨੇੜੇ ਦਾ ਆ। ਜਦੋਂ ਕਿਤੇ ਚੀਕੂ ਵੀਕੂ ਘਟਦੇ ਆ ਤੇ ਇਹ ਲਿਆ ਕੇ ਦਿੰਦਾ। ਅੱਛਾ, ਕੈਪਟਨ ਸਾਹਿਬ ਦਾ ਖਾਸ ਬੰਦਾ, ਖਾਸਮ ਖਾਸ ਹੈ। ਤਾਂ ਫੇਰ ਤੇ ਰੂਸਾ ਦਾ ਵੀ ਦਿਓਰ ਲੱਗਾ ਨਾ ਫਿਰ। ਪਤਾ ਨਹੀਂ ਦਿਓਰ ਲੱਗਾ ਕਿ ਜੇਠ ਲੱਗਿਆ ਇਹਨੂੰ। ਚਲੋ ਆਪਾਂ ਕਾਹਨੂੰ ਬਹੁਤੀਆਂ ਗੱਲਾਂ ਕਰਨੀਆਂ, ਜਿੰਨੀ ਕੁ ਸਹਿ ਸਕਦੇ ਬੰਦਾ ਕੋਈ, ਉਨੀ ਕੋਈ ਠੀਕ ਆ। ਪਰ ਇਹ ਤਾਂ ਬਹੁਤ ਸਹਿ ਜਾਂਦੇ। ਜੇ ਇਹਨਾਂ ਦੀ ਸਹਿਣ ਸ਼ਕਤੀ ਮੁੱਕ ਗਈ ਨਾ ਤੇ ਦੁਨੀਆ ਦਾ ਧੱਸ ਜੂ। ਚਲੋ ਮਹਾਰਾਜ, ਮੈਂ ਤਾਂ ਕਹਿੰਦਾ ਇਹਨਾਂ ਤੇ ਵੀ ਬਾਬਾ ਜੀ ਮਿਹਰ ਕਰਨ, ਕੋਈ ਸਮੱਤਿਆ, ਮਨ ਸਮੱਤਿਆ ਇਹਨਾਂ ਦੇ ਬਖਸ਼ੇ। ਇਹਨਾਂ ਨੂੰ ਵੀ ਕੋਈ ਮਾੜਾ ਮੋਟਾ ਜਿਹੜਾ ਕੰਮ ਕਰਨਾ ਇਹਨਾਂ ਦੇ ਜੁੰਮੇ ਲੱਗਾ ਹੈ, ਉਹ ਕੰਮ ਕਰਨ ਲੱਗ ਪੈਣ ਇਹ।
ਤੇ ਜ਼ਿੰਮੇਵਾਰੀ ਤੇ ਸਾਡੇ ਇਹੀ ਲੱਗਿਆ। ਦੁਨੀਆ ਰਾਮ ਦੀ ਗੱਲ ਇਹ ਆ, ਇਹਨਾਂ ਲਈ ਜੇ ਸਮੱਤ ਮੰਗਣੀ ਤੇ ਇੰਨੀ ਸਾਰੀ ਮੰਗਣੀ ਪੈਣੀ ਹੈ, ਇੰਨੀ ਕਿ ਨਾਲ ਤੇ ਕੱਖ ਨਹੀਂ ਬਣਨਾ। ਨਹੀਂ ਬਣਨਾ ਜੀ, ਨਹੀਂ ਬਣਨਾ। ਜਦੋਂ ਔੜ ਲੱਗੀ ਹੁੰਦੀ ਹੈ ਨਾ, ਉੱਥੇ ਥੋੜਾ ਜਿਹਾ ਮੀਂਹ ਪੈ ਜਾਵੇ ਤਾਂ ਸਗੋਂ ਹੋਰ ਜ਼ਿਆਦਾ ਗਰਮੀ ਵਧ ਜਾਂਦੀ ਆ। ਚਲੋ ਤੇ ਇੰਡੀਆ ਦੇ ਵਿੱਚ ਮੀਂਹ ਪਿਆ ਦਿੱਲੀ 'ਚ, ਉੱਥੇ ਕਹਿੰਦੇ ਦਿੱਲੀ ਦਾ ਇੱਕ ਪਾਸੇ ਪਿਆ 38 mm ਮਤਲਬ 1.5 ਇੰਚ, ਤੇ ਇੱਕ ਪਾਸੇ ਪਿਆ 100 mm ਵਾਹ ਜੀ, ਮਤਲਬ 3 ਇੰਚ 3.5 ਇੰਚ। ਵਾਹ ਜੀ ਵਾਹ, ਤੇ ਆਲਮੋਸਟ ਪਿੰਨੀਆਂ ਤੁਹਾਡੀਆਂ ਵਿੱਚ ਆ ਜਾਂਦੀਆਂ। 3.5 ਇੰਚ 3.5 ਇੰਚ ਗਿੱਟੇ ਤੱਕ ਵੀ ਨਹੀਂ ਆਉਂਦਾ, ਗਿੱਟੇ ਤੱਕ ਆ ਜਾਂਦਾ। ਚਲੋ ਤੇ ਪਰ ਸੜਕਾਂ ਤੇ ਪਾਣੀ ਆ ਲੱਕ ਲੱਕ। ਉਹ ਪਿੱਛੋਂ ਆ ਗਿਆ ਨਾ ਉੱਪਰੋਂ, ਪਤਾ ਨਹੀਂ ਕਿੱਥੋਂ ਆਇਆ। ਮੈਂ ਕਿਹਾ ਜਿੰਨਾ ਦਿੱਲੀ 'ਚ ਪਾਣੀ ਪਿਆ ਨਾ, ਜੇ 2-2 ਇੰਚ ਜਾਂ 1.5 ਇੰਚ ਜਿਹੜਾ ਮੀਂਹ ਪਿਆ ਆ, ਜੇ ਸਾਰੀ ਦਿੱਲੀ ਚੱਕ ਕੇ ਪਰਾਤਾਂ 'ਚ ਰੱਖ ਕੇ ਪੀ ਜਾਂਦੇ ਤੇ ਸੜਕ ਤੇ ਤਬਕਾ ਪਾਣੀ ਨਹੀਂ ਸੀ ਬਚਣਾ। ਸਹੀ ਗੱਲ ਆ। ਤੇ ਪਰ ਪਾਣੀ ਦਾ ਨਿਕਾਸ ਪਤਾ ਨਹੀਂ ਕਿਹੜੇ ਹਿਸਾਬ ਨਾਲ ਕੀਤਾ ਵੀ ਸਾਰਾ ਸੜਕਾਂ ਤੇ ਆਉਂਦਾ। ਹਾਂ, ਉੱਥੇ ਦੇ ਇੰਜੀਨੀਅਰ ਬੜੇ ਪੜ੍ਹੇ ਲਿਖੇ ਆ ਨਾ, ਉਹਨਾਂ ਨੇ ਡਿਜ਼ਾਈਨ ਹੀ ਇਦਾਂ ਕੀਤਾ ਆ ਵੀ ਜਿਹੜਾ ਪਾਣੀ ਆ ਸਾਰਾ ਲੋਕਾਂ ਦੇ ਵਿਹੜਿਆਂ 'ਚ ਆਵੇ, ਲੋਕਾਂ ਦੇ ਸੜਕਾਂ ਤੇ ਆਵੇ, ਲੋਕਾਂ ਦੇ ਘਰਾਂ 'ਚ ਆਵੇ। ਪਤਾ ਲੱਗੇ ਵੀ ਮਤਲਬ ਕੀ ਆ। ਜਿਹੜੇ ਲੋਕਾਂ ਦਾ ਦੇਖੋ, ਇੱਕ ਹੋਰ ਮੂਰਖ ਦੇਖੋ, ਗੋਡੇ ਗੋਡੇ ਪਾਣੀ ਆ, ਉਹ ਦੇਖੋ, ਤਾਂ ਉਹ ਵਿਆਹ ਕਰਾਉਣ ਤੋਂ ਆਇਆ। ਨਹੀਂ, ਇਹ ਤਾਂ ਫਿਰ ਬੰਦਾ ਕਹਿ ਸਕਦਾ ਨਾ, ਜਦੋਂ ਵਿਆਹ ਕਿਹਾ ਗਿਆ ਦੱਸ ਕੀ ਨਹੀਂ ਕੀਤਾ ਤੇਰੇ ਲਈ। ਨਾਲੇ ਲਿਖਣ ਵਾਲੇ ਨੇ ਬੜਾ ਸੋਹਣਾ ਲਿਖਿਆ ਵੀ ਇੱਕ ਮੁਸੀਬਤ ਤੇ ਗੋਡੇ ਗੋਡੇ ਪਾਣੀ ਆ, ਤਾਂ ਤੂੰ ਦੂਜੀ ਮੁਸੀਬਤ ਲੈਣ ਤੁਰਿਆ ਆ। ਓ ਵਾਹਿਗੁਰੂ ਵਾਹਿਗੁਰੂ। ਚਲੋ ਜੀ, ਹਾਂਜੀ, ਪਰ ਇਹ ਜਿਹੜੀਆਂ ਗੱਲਾਂ ਨੇ ਨਾ, ਵੈਸੇ ਤਾਂ ਇਹ ਹੈ ਆਪਾਂ ਇਹਨਾਂ ਗੱਲਾਂ ਤੇ ਹੱਸਦੇ ਆ। ਹਾਸੇ ਇਸ ਲਈ ਆਉਂਦੇ ਆ ਕਿਉਂ ਕਦੇ ਤਾਂ ਕਹਿੰਦੇ ਅਸੀਂ ਸ਼ੰਘਾਈ ਨੂੰ ਪਿੱਛੇ ਛੱਡਤਾ, ਕਦੇ ਕਹਿੰਦੇ ਅਸੀਂ ਇਹਨੂੰ ਪਿੱਛੇ ਛੱਡਤਾ, ਅਸੀਂ ਪੈਰਿਸ ਬਣਾਤੀ, ਦਿੱਲੀ ਖੂਬਸੂਰਤ ਹੋ ਗਈ, ਦਿੱਲੀ ਦਿਲ ਵਾਲੋਂ ਕੀ, ਤੇ ਹੁਣ ਕਹਿੰਦੇ ਦਿੱਲੀ ਤਾਂ ਦਰਿਆ ਬਣਿਆ ਪਿਆ ਆ। ਬਿਲਕੁਲ ਜੀ ਬਿਲਕੁਲ। ਹੁੰਦਾ ਕੰਮ ਉੱਥੇ ਕੋਈ ਨਹੀਂ, ਤੇ ਗੱਲਾਂ ਹੀ ਹੁੰਦੀਆਂ ਆ, ਤੇ ਅਸੀਂ ਵੀ ਵੈਸੇ ਗੱਲਾਂ ਹੀ ਕਰੀਦੀਆਂ। ਔਰ ਗੱਲਾਂ ਦੇ ਵਿੱਚ ਇਹ ਗੱਲ ਹੈ ਵੀ ਤੁਸੀਂ ਇਹਨੂੰ ਕਰੋ ਸਬਸਕ੍ਰਾਈਬ, ਤੇ ਜ਼ਿਆਦਾ ਤੋਂ ਜ਼ਿਆਦਾ ਸਾਡੇ ਨਾਲ ਜੁੜੋ। ਅਸੀਂ ਇਹਨੂੰ ਹੋਰ ਵੱਡੇ ਲੈਵਲ ਤੇ ਕਰਨ ਜਾ ਰਹੇ ਹਾਂ। ਬਿਲਕੁਲ, ਸਬਸਕ੍ਰਾਈਬ ਕਰੋ ਭਾਈ ਇਹਨੂੰ ਜ਼ਿਆਦਾ ਤੋਂ ਜ਼ਿਆਦਾ। ਤੇ ਹਰੇਕ ਹਫਤੇ ਕਹੀਦਾ ਆ ਦਰਖਤ ਲਾਓ, ਆਪਣੇ ਆਲੇ ਦੁਆਲੇ ਕੋ ਮਿਲ ਜਾਂਦੇ, ਬਹੁਤ ਸਸਤੇ ਬੂਟੇ ਮਿਲ ਜਾਂਦੇ ਆ। ਅੱਛਾ, ਉਹ ਲਾਓ ਆਪਣੇ ਆਲੇ ਦੁਆਲੇ। ਜੇ ਤੁਸੀਂ ਅੱਜ ਤੋਂ 20 ਸਾਲ ਬਾਅਦ ਚਾਹੁੰਦੇ ਆ ਤੁਹਾਡੇ ਨਿਆਣਿਆਂ ਨੂੰ ਸਾਹ ਆਵੇ, ਆਕਸੀਜਨ ਮਿਲੇ, ਦਰਖਤ ਲਾਓ ਜ਼ਿਆਦਾ ਤੋਂ ਜ਼ਿਆਦਾ। ਪੋਲੂਸ਼ਨ ਦਾ ਤਾਂ ਕੋਈ ਹਿਸਾਬ ਨਹੀਂ, ਸਰਕਾਰਾਂ ਨੂੰ ਕੋਈ ਫਿਕਰ ਨਹੀਂ ਹੈਗਾ। ਔਰ ਇਹਦੇ ਵਿੱਚ ਮੈਂ ਦੱਸ ਦਿਆਂ, 1000 ਦੇ ਪਿੱਛੇ ਨਾ ਉਹਦੇ 116 ਬੰਦਿਆਂ ਨੂੰ ਸਾਹ ਦੀ ਬਿਮਾਰੀ ਆ, ਜਿਹੜੇ 26 ਤੋਂ ਲੈ ਕੇ 35 ਸਾਲ ਦੇ ਨੇ ਇੰਡੀਆ ਦੇ ਵਿੱਚ। ਬਿਲਕੁਲ, ਇਹ ਜਿਹੜੇ ਡਾਟਾਜ਼ ਆ ਰਹੇ ਨੇ, ਆਉਣ ਵਾਲਾ ਸਮਾਂ ਬੜਾ ਭਿਆਨਕ ਹੈ। ਤੇ ਆਪਣੇ ਆਪ ਨੂੰ ਸੇਫ ਕਰ ਲਓ, ਧੂਆਂ ਜਿੰਨਾ ਘਟਾ ਸਕਦੇ ਹੋ ਘਟਾ ਲਓ, ਦਰਖਤ ਜਿੰਨੇ ਵਧਾ ਸਕਦੇ ਹੋ ਵਧਾ ਲਓ। ਇਹ ਤੋਂ ਬਿਨਾਂ ਜ਼ਿੰਦਗੀ ਹੋਣੀ ਨਹੀਂ ਹੈ। ਬਿਲਕੁਲ, ਦਰਖਤ ਲਾਓ ਭਾਈ, ਆਪਣੇ ਵਿਹੜਿਆਂ 'ਚ ਲਾਓ, ਖੇਤਾਂ 'ਚ ਲਾਓ, ਬੰਨਿਆਂ 'ਤੇ ਲਾਓ, ਹਵੇਲੀਆਂ 'ਚ ਲਾਓ ਦਰਖਤ ਜਿੰਨੇ ਵੀ ਲੱਗ ਸਕਦੇ। ਸੜਕਾਂ 'ਤੇ ਸਰਕਾਰ ਲਾਵੇ, ਜੇ ਕਿਸੇ ਤਾਈਂ ਗੱਲ ਪਹੁੰਚਦੀ ਹੈ। ਇਹ ਸੜਕਾਂ 'ਤੇ ਸਰਕਾਰ ਤਾਂ ਲਾਉਂਦੀ ਹੈ, ਪਰ ਗਾਈਆਂ ਖਾ ਜਾਂਦੀਆਂ ਦੂਜੇ ਦਿਨ ਵਾਰਾ। ਚਲੋ ਉਹਨਾਂ ਦਾ ਵੀ ਪ੍ਰਬੰਧ ਹੋ ਸਕਦਾ, ਐਡੀ ਵੱਡੀ ਗੱਲ ਨਹੀਂ ਇਹ। ਜਦੋਂ ਤੁਹਾਡਾ ਮਨ ਸਾਫ਼ ਹੋਵੇ, ਕੋਈ ਕੰਮ ਕਰਨਾ ਹੋਵੇ, ਤਾਂ ਬੜੇ ਬੜੇ ਕੰਮ ਹੋ ਜਾਂਦੇ ਆ। ਹੁਣ ਤਾਂ ਸਾਫ਼ ਤਾਂ ਇਕੱਲਾ ਖਜ਼ਾਨਾ ਹੀ ਹੈ। ਤੇ ਦੂਸਰਾ ਆਪਣੇ ਵੀ ਪੰਜਾਬੀ ਪੜ੍ਹੋ, ਪੰਜਾਬੀ ਪੜ੍ਹਾਓ ਤੇ ਪੰਜਾਬੀ ਬੋਲੋ ਨਿਆਣਿਆਂ ਨੂੰ। ਕਮ ਸੇ ਕਮ ਆਪਣੇ ਘਰ ਵਿੱਚ ਜਿੰਨੇ ਹਿੰਦੀ ਮੀਡੀਅਮ ਸਕੂਲ ਪੰਜਾਬ 'ਚ ਖੁੱਲ੍ਹੇ ਆ, ਇਹ ਸਾਰੀਆਂ ਚਾਲਾਂ ਨੇ ਸਰਕਾਰਾਂ ਦੀਆਂ। ਮੈਨੂੰ ਨਹੀਂ ਸਮਝ ਆਇਆ ਵੀ ਕਾਲੀ 8 ਸਾਲ 10 ਸਾਲ ਕਰਕੇ ਗਏ ਰਾਜ, ਕਾਂਗਰਸੀ ਵੀ ਆਪਣੇ ਹੀ ਆ ਸਾਰੇ, ਸਿੰਘਵਾ ਅਮਰਿੰਦਰ ਸਿੰਘ ਕੈਪਟਨ ਵਰਗੇ, ਇਹ ਕਿਉਂ ਨਹੀਂ ਪੰਜਾਬੀ ਨੂੰ ਪਹਿਲ ਦੇ ਰਹੇ? ਮੈਨੂੰ ਤਾਂ ਪਤਾ ਲੱਗਾ ਉੱਥੇ ਪੰਜਾਬੀ ਦਾ ਹੁਣ ਲੈਕਚਰਰ ਨਹੀਂ ਮਿਲਦਾ ਕੋਈ ਚੱਜ ਦਾ। ਉੱਥੇ ਮਿਲਦਾ ਨਹੀਂ। ਕੈਪਟਨ ਦੀ ਪੋਤੀ ਤੇ ਬਾਦਲ ਦੀ ਪੋਤੀ ਜਿੰਨੀ ਵਧੀਆ ਹਿੰਦੀ ਬੋਲਦੀ ਆ, ਉਨੀ ਵਧੀਆ ਤਾਂ ਰਾਮਦੇਵ ਵੀ ਨਹੀਂ ਬੋਲਦਾ। ਉਹ ਸਿਖਾਉਂਦੇ ਹਿੰਦੀ ਬੱਚਿਆਂ ਨੂੰ। ਦੇਖੋ ਚਾਲਾਂ ਨੇ ਜੀ ਇਹ, ਲੁੱਟਣਾ ਪੰਜਾਬ ਨੂੰ ਤੇ ਦੇਣਾ ਸਾਰਾ ਪੰਜਾਬ ਤੋਂ ਬਾਹਰ। ਤੇ ਉੱਥੇ ਸਰਹੱਦਾਂ ਤੇ ਮਨ ਪੰਜਾਬੀ, ਤੇ ਪੰਜਾਬ ਨੂੰ ਇੱਧਰੋਂ ਪੰਜਾਬ ਦੀਆਂ ਤੁਸੀਂ ਜੜ੍ਹਾਂ ਵੱਢੀ ਜਾਓ। ਤੇ ਇਹ ਚਾਲਾਂ ਨਹੀਂ ਚੱਲਣੀਆਂ। ਸਮਝ ਜਾਓ, ਜਿੰਨੇ ਵੀ ਸਾਡੇ ਸਰੋਤੇ ਨੇ, ਵੇਖਣ ਵਾਲੇ ਨੇ, ਸਮਝ ਜਾਓ ਚਾਲਾਂ ਨੂੰ। ਘੱਟੋ ਘੱਟ ਹੋਰ ਨਹੀਂ ਤਾਂ ਆਪਣਾ ਘਰ ਬਚਾਓ। ਘਰ ਸਾਡਾ ਪੰਜਾਬ ਆ ਜੀ, ਜਾਂ ਪੰਜਾਬ ਹੈ ਜਾਂ ਫਿਰ ਕੈਨੇਡਾ ਆ। ਕੈਨੇਡਾ ਆ ਜਾਓ, ਇੱਥੇ ਪੰਜਾਬੀ ਬਹੁਤ ਹੈ। ਸਕੂਲਾਂ 'ਚ ਪੰਜਾਬੀ ਪੜ੍ਹਾਈ ਜਾਂਦੀ ਹੈ। ਗੋਰਿਆਂ ਨੇ ਸਕੂਲਾਂ 'ਚ ਸਬਜੈਕਟ ਲਾਤੇ ਪੰਜਾਬੀ ਦੇ। ਤੇ ਇੱਥੇ ਸ਼ਰਮ ਆਉਣੀ ਚਾਹੀਦੀ ਪੰਜਾਬ ਸਰਕਾਰਾਂ ਨੂੰ। ਤੇ ਇਸ ਲਈ ਜਿੰਨੇ ਵੀ ਆ ਸਕਦੇ ਫਟਾਫਟ ਆ ਜਾਓ। ਜਿਹਨੂੰ ਕੋਈ ਮੁਸ਼ਕਲ ਆਉਂਦੀ ਹੈ ਉਹ ਠੁਣੀਆਂ ਰਾਮ ਜੀ ਨੂੰ ਦੱਸੋ। ਬਿਲਕੁਲ ਜੀ। ਤੇ ਸਮਾਂ ਹੁਣ ਹੋ ਗਿਆ ਕਾਕਾ, ਚਲੀਏ ਫਿਰ, ਦਿਓ ਛੁੱਟੀ। ਸਤਿ ਸ੍ਰੀ ਅਕਾਲ ਜੀ।